बाजवा और दूलो पहुंचे हरिमंदिर साहिब, किसानों और पंजाबियों के लिए की अरदास। 3 कृषि बिलों को बताया काला कानून, सियासी जान बचाने के लिए भाजपा से तोड़ा नाता। पूर्व मंत्री व राज्यसभा में सांसद प्रताप सिंह बाजवा और सांसद शमशेर सिंह दूलो आज हरिमंदिर साहिब पहुंचे। उन्होंने किसानों व पंजाबियों के लिए अरदास की। उसके बाद पत्रकारों से बातचीत करते हुए कहा कि अकालियों ने अपनी सियासी जान बचाने के लिए भाजपा से नाता तोड़ा है। 3 कृषि बिलों को काला कानून बताते हुए उन्होंने केंद्र सरकार की निंदा की। बाजवा ने कहा कि 1965 और 1971 की लड़ाई में गांव के लोगों ने फौज के साथ कंधे से कंधा मिलाकर लड़ाई लड़ी थी। आज पंजाबियों पर केंद्र सरकार काला कानून लाकर बर्बाद करने में तुली है। काला कानून ये 1765 ਦੇ ਵਿੱਚ शाह आलम II मुगल राजे ने ਜਦੋਂ ਬਿਲਕੁਲ ਕਮਜ਼ੋਰ ਪੈ ਗਿਆ ਉਸ ਟਾਈਮ ਉਹਨੇ ਈਸਟ ਇੰਡੀਆ ਕੰਪਨੀ ਦਾ ਚੀਫ ਹੁੰਦਾ ਸੀ ਰੋਬਰਟ ਕਲਾਈਵ ਉਹਦਾ ਨਾਂ ਸੀ। ਇਹ ਕਲਕੱਤੇ ਤੋਂ ਤੁਹਾਨੂੰ ਪਤਾ ਈਸਟ ਇੰਡੀਆ ਕੰਪਨੀ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉਸ ਟਾਈਮ ਉਹਨਾਂ ਨੂੰ ਹੱਕ ਦੇ ਦਿੱਤੇ ਕਿ ਕਿਸਾਨਾਂ ਤੋਂ ਜਿਹੜਾ ਤੁਸੀਂ ਟੈਕਸ ਗਰਾਣਾ ਉਹ ਬਜਾਏ ਮੁਗਲ ਰੈਵਨਿਊ ਅਫਸਰ ਗਰਾਣ ਉਹਨਾਂ ਕਹਿਤਾ ਗੋਰੇ ਗਰਾ ਸਕਦੇ। ਉਹ ਨੀਂਹ ਪੱਥਰ ਰੱਖਿਆ ਗਿਆ ਬ੍ਰਿਟਿਸ਼ ਸਾਮਰਾਜ ਦਾ 185 ਸਾਲ 1965 ਤੋਂ ਲੈ ਕੇ ਫਿਰ ਗੋਰੇ 1947 ਤੱਕ ਰਹੇ। ਅੱਜ ਦੂਜਾ ਕਾਲਾ ਕਾਨੂੰਨ ਰਾਸ਼ਟਰਪਤੀ ਕੋਵਿਤ ਲੈ ਕੇ ਆਇਆ। ਇਹ ਉਹਨਾਂ ਨੂੰ ਵੇਖੋ ਇਹ ਸਿਲਾ ਸਾਨੂੰ ਪੰਜਾਬੀਆਂ ਨੂੰ ਹਰਿਆਣਵੀਆਂ ਨੂੰ ਉਹ ਦਿੱਤਾ। ਸਾਡੇ ਬੱਚੇ ਜਿਹੜੇ ਨੇ ਅੱਜ ਚੀਨ ਦੇ ਬਾਰਡਰ ਤੇ ਗਲਵਾਨ 'ਚ ਲੜ ਰਹੇ ਨੇ। ਸਾਡੇ ਬੱਚੇ ਪਾਕਿਸਤਾਨ ਦੇ ਬਾਰਡਰਾਂ ਤੇ ਕਸ਼ਮੀਰ ਤੋਂ ਲੈ ਕੇ ਪੰਜਾਬ ਰਾਜਸਥਾਨ ਤੱਕ ਲੜ ਰਹੇ ਨੇ। 1965 ਤੇ 71 ਦੀ ਜੰਗ ਸਾਡੇ ਬਹਾਦਰ ਪਿੰਡੂਆਂ ਨੇ ਹਿੰਦੁਸਤਾਨ ਦੀ ਫੌਜ ਦੇ ਨਾਲ ਮੋਢਾ ਨਾਲ ਮੋਢਾ ਤੇ ਕਦਮ ਨਾਲ ਕਦਮ ਰਲਾ ਕੇ ਜਿੱਤੀ ਹੈ। ਅਸੀਂ 56 ਸਾਲ ਦੇ ਲਗਾਤਾਰ ਇਸ ਦੇਸ਼ ਦਾ ਪੇਟ ਪਾਲ ਰਹੇ ਹਾਂ। ਅੱਜ ਸਾਨੂੰ ਮੋਦੀ ਸਾਹਿਬ ਜਦੋਂ ਪੇਟ ਭਰ ਗਿਆ ਦੇਸ਼ ਦਾ, ਤੁਹਾਨੂੰ ਹੁਣ ਝੋਨਾ ਤੇ ਕਣਕ ਬਾਕੀ ਸੂਬਿਆਂ 'ਚੋਂ ਮਿਲਣੀ ਸ਼ੁਰੂ ਹੋ ਗਈ ਹੈ। ਇਹ ਵੀ ਤਰੀਕਾ ਹੈ ਪੰਜਾਬ ਨੂੰ ਤੇ ਹਰਿਆਣੇ ਨੂੰ ਛੱਡਣ ਦਾ। ਤੁਸੀਂ 10 ਸਾਲ ਦਾ ਟਾਈਮ ਦਿੰਦੇ, ਕਹਿੰਦੇ ਕਿ ਤੁਹਾਨੂੰ ਆਲਟਰਨੇਟਿਵ ਕ੍ਰੌਪ ਦੇਣੇ ਆ। ਤੁਹਾਡਾ ਅਸੀਂ ਪੂਰਾ ਪ੍ਰਬੰਧ ਕਰ ਰਹੇ ਹਾਂ। ਤੇ ਇਸ ਤਰ੍ਹਾਂ ਹੀ ਹੈ, ਇੱਕ ਮਾਂ ਤੇ ਬਾਪ ਰਾਤ ਦਿਨ ਮਿਹਨਤ ਕਰਕੇ ਕਿ ਬੱਚੇ ਨੂੰ ਲਾਇਕ ਬਣਾਏ। ਉਹ ਜਿੱਦਣ ਅਫਸਰ ਬਣ ਜਾਏ ਉਹ ਕਹਿ ਕੇ ਹੁਣ ਮੈਂ ਤਾਂ ਬੜਾ ਉੱਚਾ ਅਫਸਰ ਬਣ ਗਿਆ। ਮਾਪੇ ਜਿਹੜੇ ਨੇ ਇਹਨਾਂ ਨੂੰ ਮੈਂ ਮੇਨ ਬੈਡਰੂਮ 'ਚ ਨਹੀਂ, ਇਹਨਾਂ ਨੂੰ ਆਪਣੇ ਗਰਾਜ ਦੇ ਵਿੱਚ ਮੰਜੇ ਡਾਹਣੇ ਨੇ। ਇਹ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਤੇ ਬਹਾਦਰ ਪੰਜਾਬੀਆਂ ਦੇ ਤੇ ਹਰਿਆਣਵੀਆਂ ਦੇ ਮੰਜੇ ਹੁਣ ਗਰਾਜ 'ਚ ਡਾਹਣ ਵਾਸਤੇ ਇਕੱਲੇ। ਸੁਖਬੀਰ ਬਾਦਲ ਵੱਲੋਂ ਜਿਹੜੀ ਅਲਾਈਅੰਸ ਤੋੜਿਆ ਗਿਆ ਜੀ, ਕਿਸ ਤਰ੍ਹਾਂ ਦੇਖਦੇ ਹੋ? ਕੋਈ ਸਿਆਸੀ ਬੂ ਨਹੀਂ ਆਉਂਦੀ ਇਹਦੇ ਵਿੱਚ ਕਿ ਲਗਾਤਾਰ ਜਿਸ ਤਰ੍ਹਾਂ ਕਿ ਲੱਗ ਰਿਹਾ ਸੀ ਅਗਰ ਇਨ ਸਿਟੀ ਦੇ ਵਿੱਚ ਜਿਹੜਾ ਆ ਬੀਜੇਪੀ ਦਾ ਕਾਫੀ ਹੋਲਡ ਸੀਗਾ, ਰਾਮ ਮੰਦਿਰ ਦੇ ਨਾਮ ਤੇ ਵੋਟ ਮੰਗੀ ਜਾ ਸਕਦੀ। ਹੁਣ ਕਿਸਾਨਾਂ ਦੇ ਹਿਤਾਇਸ਼ੀ ਬਣ ਕੇ ਤੇ ਜਿਹੜਾ ਰੂਰਲ ਅਰਬਨ ਏਰੀਆਜ਼ ਦੇ ਵਿੱਚ ਜਿਹੜੀਆਂ ਨਾ ਉੱਥੇ ਵੀ ਵੋਟਾਂ ਜਿਹੜੀਆਂ ਇਕੱਠੀਆਂ ਕਰਨ ਦੀ ਲੱਗਦੀ ਨਹੀਂ ਸਿਆਸੀ ਬੂਥ ਤੇ ਨਹੀਂ ਆ ਰਹੀ ਵਿੱਚ। ਛੋਟੇ ਵੀਰ ਵੋਟਾਂ ਤੇ ਬਾਅਦ 'ਚ ਆਉਣੀਆਂ ਸੀ। ਬਾਦਲ ਸਾਹਿਬ ਦੇ ਪਿੰਡ ਦੇ ਪਾਰ ਭਾਰਤੀ ਕਿਸਾਨ ਯੂਨੀਅਨ ਨੇ ਮੋਰਚਾ ਲਾਤਾ। ਵੱਡੇ ਬਾਦਲ ਸਾਹਿਬ ਨੂੰ ਬਾਹਰ ਨਹੀਂ ਸੀ ਨਿਕਲਣ ਦਿੰਦੇ। ਉੱਥੇ ਪੱਠੇ ਵੀ ਇਹਨਾਂ ਨੂੰ ਪੈਲੀਆਂ 'ਚੋਂ ਨਹੀਂ ਸੀ ਲਿਆਉਣ ਦਿੰਦੇ। ਇਹਨਾਂ ਨੇ ਹਿਸਾਬ ਲਾਇਆ ਪਹਿਲੇ ਘਰ ਦਾ ਦਰਵਾਜ਼ਾ ਤੇ ਖਿਲਾ ਲਈਏ। ਜੇ ਬੀਜੇਪੀ ਤੋਂ ਅਸਤੀਫਾ ਨਾ ਦਿੰਦੇ ਤੇ ਇਹਨਾਂ ਦੇ ਪੱਠੇ ਵੱਢਣ ਤੋਂ ਵੀ ਲੋਕਾਂ ਨੇ ਪਾਬੰਦੀ ਲਾ ਦੇਣੀ ਬਾਦਲਾਂ ਨੂੰ। ਉਹਦੇ ਆਪਣੀ ਜਾਨ ਬਚਾਉਣ ਵਾਸਤੇ ਗਰੀਬ ਨੇ ਕੰਮ ਕੀਤਾ। ਉਹ ਕਹਿੰਦੇ ਅਸੀਂ ਬਹੁਤ ਵੱਡਾ ਕੰਮ ਕੀਤਾ ਜੀ, ਇਸ ਕਰਕੇ ਕਿਸਾਨਾਂ ਦੇ ਹਿਤਾਇਸ਼ੀ ਹੈਗੇ ਆ, ਤਾਂ ਕਰਕੇ ਸਭ ਔਰ ਕਿਸਾਨ ਇਹੀ ਛੋਟੇ ਵੀਰ ਕਾਰਨ ਹੈ ਕਿ ਜਿੱਥੇ ਜਿੱਥੇ ਜਾਂਦੇ ਨੇ ਗੋ ਬੈਕ, ਜਿਸ ਤਰ੍ਹਾਂ ਸਾਈਮਨ ਕਮਿਸ਼ਨ ਆਇਆ ਸੀ ਤੇ ਗੋ ਬੈਕ ਦੇ ਨਾਅਰੇ ਲੱਗੇ ਸੀ ਨਾ, ਜਿੱਥੇ ਜਿੱਥੇ ਅਕਾਲੀ ਜਾਂਦੇ ਗੋ ਬੈਕ ਦੇ ਨਾਅਰੇ ਲੱਗਦੇ ਨੇ। ਇਹ ਸਾਈਮਨ ਕਮਿਸ਼ਨ ਵਾਲਾ ਇਹਨਾਂ ਦਾ ਹਾਲ ਹੋ ਗਿਆ। ਚਲੋ ਉਹਨਾਂ ਦਾ ਕੰਮ ਹੈ, ਮੈਂ ਉਹਨਾਂ ਨੂੰ ਵੀ ਕਹੂੰਗਾ ਚੰਗਾ ਕੀਤਾ, ਲੇਟ ਕੀਤਾ, ਚਲੋ ਤਾਂ ਵੀ ਦਰੁਸਤ ਕੀਤਾ। ਪੰਜਾਬੀ ਭਰਾ ਨੇ, ਸਾਡੀ ਭੈਣ ਨੇ, ਉਹਨੇ ਬੜੇ ਕਸ਼ਟ ਤੋਂ ਬਾਅਦ ਬੜੇ ਵੱਡਾ ਭਾਰੀ ਦਿਲ ਦੇ ਨਾਲ ਅਸਤੀਫਾ ਦਿੱਤਾ। ਕੋਈ ਖੁਸ਼ੀ ਨਾਲ ਨਹੀਂ ਦਿੱਤਾ, ਕੋਈ ਗੱਲ ਨਹੀਂ ਦਿੱਤਾ। ਉਹ ਇਕੱਠੇ ਹੋਈਏ, ਦਿੱਲੀ ਨਾਲ ਲੜਾਈ ਲੜੀ, ਆਪਸ 'ਚ ਨਾ ਲੜੀਏ। ਕਿਆ ਲੱਗਦਾ ਹੈ ਜੀ ਕਿ ਜਿਹੜਾ ਹੁਣ ਕਿਸਾਨ ਜਿਹੜਾ ਧਰਨਿਆਂ ਤੇ ਬੈਠਾ ਹੈ ਉੱਥੇ ਕਿਸੇ ਵੀ ਸਿਆਸੀ ਪਾਰਟੀ ਨੂੰ ਨਹੀਂ ਉੱਥੇ ਆਉਣ ਦਿੱਤਾ ਜਾ ਰਿਹਾ, ਕਹਿ ਰਿਹਾ ਕਿ ਕਿਤੇ ਕੈਪਚਰ ਨਾ ਕੀਤਾ ਜਾਵੇ ਸਿਆਸੀ ਪਾਰਟੀਆਂ ਵੱਲੋਂ। ਔਰ ਤੁਸੀਂ ਵੀ ਕਿਸਾਨ ਦੇ ਇੱਕ ਬੇਟੇ ਹੋ, ਤੁਹਾਨੂੰ ਵੱਲੋਂ ਵੀ ਕਾਫੀ ਆਵਾਜ਼ਾਂ ਚੁੱਕੀਆਂ ਗਈਆਂ, ਤੁਸੀਂ ਵੀ ਕਿਹਾ ਉਹਨਾਂ ਨੂੰ ਮਿਲਿਆ ਜਾ ਸਕਦਾ ਕਿਸਾਨਾਂ ਨੂੰ, ਕਿਉਂਕਿ ਕਾਂਗਰਸ ਨੂੰ ਨਹੀਂ ਉੱਥੇ ਆਉਣ ਦਿੱਤਾ ਜਾ ਰਿਹਾ, ਕਿ ਤੁਹਾਨੂੰ ਵੀ ਮਿਲਣ ਦਿੱਤਾ ਜਾ ਸਕਦਾ? ਬੇਟਾ ਸਾਨੂੰ ਅਸੀਂ ਕਹਿੰਦੇ ਹਾਂ ਜੋ ਬਿਹਤਰ ਸਮਝਦੇ ਨੇ ਕਿਸਾਨ ਭਰਾ ਉਹ ਕਰ। ਜੇ ਸਿਆਸੀ ਪਾਰਟੀਆਂ ਨੂੰ, ਉਹ ਵੀ ਸੱਚੇ ਨੇ, ਸਿਆਸੀ ਪਾਰਟੀਆਂ ਨੇ ਲੰਬਾ ਅਰਸਾ ਕਿਸਾਨਾਂ ਨੂੰ ਲਾਰੇ ਲੱਪੇ ਲਾਏ ਤੇ ਜਿਹੜੇ ਵਾਅਦੇ ਕੀਤੇ ਉਹ ਨਿਭਾਏ ਨਹੀਂ, ਉਹ ਵੀ ਸੱਚੇ ਨੇ, ਉਹ ਝੂਠੇ ਨਹੀਂ ਨੇ। ਅਸੀਂ ਕਹਿੰਦੇ ਹਾਂ ਤੁਸੀਂ ਆਪਣਾ ਕੰਮ ਕਰੋ, ਅਸੀਂ ਪਿੱਛੋਂ ਤੁਹਾਡੀ ਮਦਦ ਕਰ ਰਹੇ ਹਾਂ, ਅਸੀਂ ਵੀ ਅੱਗੇ ਲੱਗਾਂਗੇ। ਜਿੱਥੇ ਸਾਡੀ ਲੋੜ ਮਹਿਸੂਸ ਕਰੋਗੇ। ਰਾਜ ਸਭਾ 'ਚ ਮੈਂ ਲੀਡ ਸਪੀਕਰ ਸੀ ਕਾਂਗਰਸ ਦਾ, ਹਰ ਚੀਜ਼ ਅਸੀਂ ਗੱਲ ਕੀਤੀ ਹੈ। ਸਾਰਿਆਂ ਨਾਲੋਂ ਪਹਿਲੇ ਦੁੱਲੋ ਸਾਹਿਬ ਤੇ ਮੈਂ ਪਾਰਲੀਮੈਂਟ ਦੇ ਬਾਹਰ ਸੰਘਰਸ਼ ਕੀਤਾ, ਪਾਰਲੀਮੈਂਟ ਦੇ ਅੰਦਰ ਸੰਘਰਸ਼ ਕੀਤਾ। ਅੱਜ ਦਰਬਾਰ ਸਾਹਿਬ 'ਚ ਇਸ ਤੋਂ ਵੱਡੀ ਗੱਲ ਕੋਈ ਨਹੀਂ। ਅਸੀਂ
ਦਰਬਾਰ ਸਾਹਿਬ ਦੇ ਵਿੱਚ ਜਿੱਥੇ ਉਹ ਸਾਰਿਆਂ ਨੂੰ ਵੱਡੀ ਤਾਕਤ ਮਾਨਵਤਾ ਨੂੰ ਮਿਲਦੀ ਹੈ, ਉੱਥੇ ਅਰਦਾਸ ਕੀਤੀ ਹੈ। ਕਿਹਦੇ ਵਾਸਤੇ ਕੀਤੀ ਹੈ? ਅਸੀਂ ਕਿਸਾਨ ਵੀਰਾਂ ਦੀ ਜਿੱਤ ਵਾਸਤੇ ਤੇ ਪੰਜਾਬ ਦੀ ਬਿਹਤਰੀ ਵਾਸਤੇ। ਇਹ ਕਾਨੂੰਨ ਬਣਾਇਆ ਹੈ ਕਿਸਾਨਾਂ ਦੇ ਖਿਲਾਫ ਔਰ ਖੇਤ ਮਜ਼ਦੂਰਾਂ ਨਾ ਸਿਰਫ ਕਿਸਾਨਾਂ ਦੇ ਖਿਲਾਫ ਹੀ ਨਹੀਂ, ਇਹ ਵਪਾਰੀਆਂ ਦੇ ਵੀ ਖਿਲਾਫ ਹੈ, ਆੜ੍ਹਤੀਆਂ ਦੇ ਵੀ ਖਿਲਾਫ ਹੈ, ਖੇਤ ਮਜ਼ਦੂਰਾਂ ਦੇ ਵੀ ਖਿਲਾਫ ਹੈ। ਔਰ ਸਟੇਟ ਦੀ ਜਿਹੜੀ ਇਕੋਨਮੀ ਹੈ, ਹਿੰਦੁਸਤਾਨ ਦੀ ਇਕੋਨਮੀ, ਇਹਦੇ 'ਤੇ ਇਫੈਕਟ ਪਏਗਾ। ਔਰ ਮੋਦੀ ਸਰਕਾਰ ਜਿਹੜੀ ਹੈ ਡਿਕਟੇਟਰਾਨਾ ਤੌਰ 'ਤੇ ਕੰਮ ਕਰ ਰਹੀ ਹੈ। ਸੰਵਿਧਾਨਕ ਦੇ ਤਹਿਤ ਜਿਹੜਾ ਫੈਡਰਲ ਢਾਂਚਾ ਹੈ, ਕੌਂਸਟੀਟਿਊਸ਼ਨ ਦੇ ਖਿਲਾਫ ਇਹ ਗੱਲਾਂ ਹੋ ਰਹੀ ਹੈ, ਜਿਹੜਾ ਕਿ ਗੈਰ ਕਾਨੂੰਨੀ ਆ। ਔਰ ਅੱਗੇ GST ਲਿਆ ਕੇ ਇਹਨਾਂ ਨੇ ਕੰਗਾਲ ਕਰਕੇ ਰੱਖ ਦਿੱਤਾ, ਕਿਉਂਕਿ ਇਹਨਾਂ ਦੀ ਸੋਚ ਹੈ ਕਿ ਸੈਂਟਰ ਦੇ ਹੱਥਾਂ ਵੱਲ ਚੱਕ ਕੇ ਪੰਜਾਬ ਦੀ ਜਦੋਂ ਹਿੰਦੁਸਤਾਨ ਭੁੱਖਾ ਮਰਦਾ ਸੀ ਤਾਂ ਪੰਜਾਬ ਦੇ ਵਿੱਚ MSP ਵਗੈਰਾ ਨਹਿਰੂ ਔਰ ਪ੍ਰਤਾਪ ਸਿੰਘ ਕੈਰੋਂ ਜੀ ਨੇ ਗਰੀਨ ਰੈਵੋਲੂਸ਼ਨ ਲਿਆਂਦਾ ਸੀ, ਜਿਹੜਾ ਇਹ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਲੋਕਾਂ ਦਾ, ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਦਾ ਰਿਹਾ ਪੰਜਾਬ। ਅੱਜ ਜਿਹੜਾ ਇੰਨਾ ਸਰਪਲਸ ਹੋ ਗਿਆ, ਦੂਸਰੇ ਸੂਬਿਆਂ 'ਚ ਹੋਣ ਲੱਗ ਗਿਆ। ਇਸ ਕਰਕੇ ਇਹਨਾਂ ਦੀ ਨੀਤ 'ਚ ਫਰਕ ਹੈ। ਔਰ ਇਹ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੇ, ਕਿਸਾਨ ਨਹੀਂ ਤਬਾਹ ਹੋ ਗਿਆ, ਇਹ ਮੁਲਕ ਤਬਾਹ ਕਰਨ ਦੇ ਲੱਗੇ ਹੋਏ ਨੇ। ਇਸ ਲਈ ਅਸੀਂ ਤਾਂ ਅਪੀਲ ਕਰਨਾ ਆ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਪੋਲੀਟੀਕਲ ਪਾਰਟੀਆਂ ਨੂੰ ਔਰ ਸਾਰੇ ਲੋਕਾਂ ਨੂੰ, ਭਰਾਵਾਂ ਨੂੰ, ਵੱਖ-ਵੱਖ ਟ੍ਰੇਡਰਾਂ ਨੂੰ ਕਿ ਇੱਕ ਪਲੇਟਫਾਰਮ 'ਤੇ ਆਉਣ। ਇਹ ਜੇ ਜੰਗ ਜਿੱਤਣੀ ਹੈ, ਜੇ ਸੈਂਟਰ ਦੇ ਖਿਲਾਫ ਸੜਕਾਂ 'ਤੇ ਉਤਰਾਂਗੇ ਤਾਂ ਅਸੀਂ ਮਜਬੂਰ ਕਰ ਦਈਏ ਕਿ ਇਹ ਜਿਹੜਾ ਕਾਨੂੰਨ ਲਿਆਂਦਾ, ਕਾਲਾ ਕਾਨੂੰਨ, ਉਹ ਵਾਪਸ ਲਿਆ ਜਾਵੇ ਔਰ MSP ਜਿਹੜੀ ਹੈ ਕੰਟੀਨਿਊ ਕੀਤੀ ਜਾਵੇ। ਟ੍ਰੇਡਿੰਗ ਦਾ ਜਿਹੜਾ ਸਿਸਟਮ ਹੈ ਉਹਨੂੰ ਵੀ ਰੋਕਿਆ ਜਾਵੇ। ਸੁਖਬੀਰ ਬਾਦਲ ਵੱਲੋਂ ਲਗਾਤਾਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਹਿ ਰਹੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਹੈ, ਪਹਿਲੀ ਵਾਰੀ ਸਪੀਚ ਹੋਇਆ ਜੀ ਕਿ ਜੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ ਕਿਸਾਨਾਂ ਵਾਸਤੇ, ਅਜੇ ਤੱਕ ਕਿਸੇ ਨੇ ਕਿਸਾਨਾਂ ਵਾਸਤੇ ਅਸਤੀਫਾ ਨਹੀਂ ਦਿੱਤਾ। ਨਹੀਂ ਚੰਗਾ, ਇਹ ਜਿਹੜਾ ਇਹ ਪਾਸ ਹੈ ਬੀਬਾ ਜਦੋਂ ਕੈਬਨਿਟ 'ਚ ਬਹਿੰਦੀ ਹੈ ਉੱਥੇ ਹੀ ਹੋਇਆ। ਜੇ ਪਹਿਲੇ ਹੀ ਵਿਰੋਧ ਕਰਦੇ ਹੋ ਸਕਦਾ ਇਹ ਨਾ ਇਹ ਹੁੰਦਾ, ਕਿਉਂਕਿ ਭਾਈਵਾਲ ਸਰਕਾਰ ਹੈ। ਜੇ ਅਕਾਲੀ ਦਲ ਚਾਹੁੰਦਾ ਜਾਂ ਬੀਬਾ ਹਰਸਿਮਰਤ ਚਾਹੁੰਦੀ ਤੇ ਪਹਿਲੇ ਹੀ ਬਾਈਕਾਟ। ਇੱਕ ਪਾਸੇ ਤਾਂ ਬੜੇ ਬਾਦਲ ਸਾਹਿਬ ਵੀ ਇਹਦੀ ਸਪੋਰਟ ਕਰਦੇ ਨੇ ਇਸ ਬਿੱਲ ਦੀ। ਹੁਣ ਉਹ ਮਜਬੂਰ ਹੋ ਗਿਆ ਲੋਕਾਂ ਦਾ ਗੁੱਸਾ ਦੇਖ ਕੇ ਪੰਜਾਬ ਦੇ ਕਿ ਉਹਨਾਂ ਦੀ ਸ਼ਾਖ ਨੂੰ ਢਾਹ ਲੱਗ ਰਹੀ ਹੈ ਅਕਾਲੀ ਦਲ ਦੀ ਨੂੰ। ਉਹ ਤਾਂ ਫਿਰ ਜੇ ਹੁਣ ਵੀ ਆਏ ਨੇ, ਦੇਰ ਆਏ ਦਰੁਸਤ ਆਏ, ਪਰ ਭੁੱਲਾਂ ਵੀ ਮਾफ़ ਹੋ ਜਾਂਦੀ ਹੈ, ਲੋਕ ਮਾफ़ ਵੀ ਕਰ ਦਿੰਦੇ ਨੇ। ਹੁਣ ਵੀ ਉਹ ਸਟੈਂਡ ਲੈਣ ਤਾਂ ਕਿ ਇਹ ਜਿਹੜਾ ਕਾਲਾ ਕਾਨੂੰਨ ਆ ਵਾਪਸ ਲਿਆ ਜਾਵੇ। ਅਲਾਈਅੰਸ ਦਾ ਟੁੱਟਾ ਜੀ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਆ ਲੱਗਦਾ ਨਹੀਂ ਸਿਆਸੀ ਬੂ ਨਹੀਂ ਆਉਂਦੀ? ਕੋਈ ਨਹੀਂ ਲੱਗਦਾ ਕਿ ਜਿਵੇਂ ਰੂਰਲ ਏਰੀਆ ਦੇ ਵਿੱਚ ਅਕਾਲੀ ਦਲ ਦਾ ਬੜਾ ਦਬਦਬਾ ਰਿਹਾ ਹੈ ਔਰ BJP ਦਾ ਸਿਟੀ ਦੇ ਵਿੱਚ ਬਹੁਤ ਦਬਦਬਾ ਰਿਹਾ, ਉਹਨਾਂ ਵੇ ਲਾਸਟ ਜਾ ਕੇ ਆਪਣੇ ਆਪ ਮਿਲ ਕੇ ਫਿਰ ਦੁਬਾਰਾ ਅਲਾਈਅੰਸ ਕੀਤਾ ਜਾ ਸਕਦਾ? ਬਦਬੂ ਤਾਂ ਨਹੀਂ ਆ ਰਹੀ ਇਸ ਚੀਜ਼ ਨੂੰ ਲੈ ਕੇ ਜਿਹੜਾ ਅਲਾਈਅੰਸ? ਦੇਖੋ, ਇਹ ਰਾਜਨੀਤੀ ਨੀਤੀ ਹੈ ਪਾਰਟੀਆਂ ਦੀ, ਉਹਨਾਂ ਦੀ ਨੀਤੀ ਹੈ। ਸਵਾਲ ਹੈ ਵੀ ਕਿਸਾਨ ਨੇ, ਇਹ ਕਿਸਾਨ, ਹਿੰਦੁਸਤਾਨ ਦਾ ਕਿਸਾਨ ਉੱਠ ਰਿਹਾ। ਤਾਮਿਲਨਾਡੂ ਦੇ ਵਿੱਚ, ਬਿਹਾਰ ਦੇ ਵਿੱਚ, UP ਦੇ ਵਿੱਚ ਤੁਸੀਂ ਦੇਖੋਗੇ, ਆਂਧਰਾ 'ਚ ਵੀ ਕਿਸਾਨ ਰੈਲੀਆਂ ਕਰ ਰਹੇ ਨੇ ਔਰ ਮੁਜ਼ਾਹਰੇ ਕਰ ਰਹੇ ਨੇ। ਇਹ ਇਕੱਲਾ ਇਹ ਪੰਜਾਬ ਨਹੀਂ ਇਫੈਕਟ ਹੋਵੇਗਾ, ਸਾਰਾ ਹਿੰਦੁਸਤਾਨ ਹੈ। ਔਰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ, ਸਰਕਾਰਾਂ ਬਣਾ ਵੀ ਦਿੰਦੇ ਨੇ, ਸਰਕਾਰਾਂ ਗਿਰਾ ਵੀ ਦਿੰਦੇ ਨੇ। ਬਹੁਤ ਮਾੜਾ ਸੀਗਾ, ਲੇਕਿਨ ਜਿਸ ਤਰ੍ਹਾਂ ਜਿਹੜਾ ਐਕਟ ਪਾਸ ਕੀਤਾ ਗਿਆ ਅੱਜ ਤੱਕ ਨਹੀਂ ਕਦੀ ਹਿਸਟਰੀ 'ਚ ਵੇਖਿਆ ਗਿਆ ਜੀ। ਦੇਖੋ 70 ਸਾਲ ਦੀ ਵਿੱਚ ਹਿੰਦੁਸਤਾਨ ਦੀਆਂ ਬੜੀਆਂ ਡਿਵੈਲਪਮੈਂਟਾਂ ਹੋਈਆਂ। ਇਹ ਜਿਹੜੀ ਹਰੀ ਕ੍ਰਾਂਤ ਲਿਆਂਦੀ ਹੈ ਨਹਿਰੂ ਔਰ ਕੈਰੋਂ ਸਾਹਿਬ ਨੇ ਲਿਆਂਦੀ ਹੈ। BJP ਨੂੰ ਤਾਂ ਟਾਈਮ ਹੀ 10 ਸਾਲ ਲੱਗੇ ਨੇ। ਇਸ ਕਰਕੇ ਜੇ ਅੱਜ ਮਕਾਨ ਬਣਾਉਣਾ ਹੋਵੇ, ਕੋਈ ਡੈਮ ਬਣਾਉਣਾ ਹੋਵੇ, ਉਹਨੂੰ ਵੀ ਟਾਈਮ ਲੱਗਦਾ।